ਪਿੰਡ ਮੱਤੇ ਦੀ ਸਰਾਂ ਜੰਗਲ ਦੇਸ਼ ਮਾਲਵੇ ਵਿੱਚ ਤ੍ਰੇਹਣ ਖੱਤਰੀ ਬਾਬਾ ਫੇਰੂਮਲ ਰਹਿੰਦਾ ਸੀ। ਉਹਨਾਂ ਦੇ ਘਰ ਸ਼੍ਰੀ ਲਹਿਣਾ ਜੀ ਦਾ ਜਨਮ ਹੋਇਆ। ਜਦ ਇਹ 14 ਵਰ੍ਹਾਂ ਦੇ ਹੋਏ ਤਾਂ ਖਡੂਰ ਦੇ ਰਹਿਣ ਵਾਲੇ ਇੱਕ ਖੱਤਰੀ ਨੇ ਇਹਨਾਂ ਨੂੰ ਆਪਣੀ ਲੜਕੀ ਵਿਆਹ ਦਿੱਤੀ। ਜਦ ਕੁਝ ਸਮਾਂ ਵਸਦਿਆਂ ਰਸਦਿਆਂ ਨੂੰ ਬੀਤ ਗਿਆ ਤਾਂ ਇੱਕ ਦਿਨ ਬਲੋਚ ਡਾਕੂਆਂ ਦੀ ਧਾੜ ਨੇ ਚੜ੍ਹਾਈ ਕਰਕੇ ਮਤੇ ਦੀ ਸਰਾਂ ਨੂੰ ਲੁੱਟ ਕੇ ਢਾਹ ਢੇਰੀ ਕਰ ਦਿੱਤਾ ਅਤੇ ਉੱਥੋਂ ਸਭ ਵੱਸੋਂ ਉਜਾੜ ਦਿੱਤੀ। ਤਦ ਲਹਿਣਾ ਜੀ ਆਪਣੇ ਪਰਿਵਾਰ ਨੂੰ ਲੈ ਕੇ ਖਡੂਰ ਆ ਗਏ ਅਤੇ ਫਿਰ ਇੱਥੇ ਹੀ ਰਹੇ। ਇਸ ਨਗਰ ਦੇ ਲੋਕ ਦੁਰਗਾ ਦੇਵੀ ਦੇ ਪੁਜਾਰੀ ਸਨ। ਉਹਨਾਂ ਨਾਲ ਲਹਿਣਾ ਜੀ ਸਾਲ ਦੇ ਸਾਲ ਸੰਗ ਲੈ ਕੇ ਜਵਾਲਾ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਖਡੂਰ ਵਿੱਚ ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ। ਗੁਰੂ ਕੀ ਬਾਣੀ ਦਾ ਪਾਠ ਕਰਦਾ ਸੀ ਤੇ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਸੀ। ਇੱਕ ਦਿਨ ਜਦ ਉਹ ਬੜਾ ਪ੍ਰੇਮ ਮਗਨ ਹੋ ਕੇ ਸ਼ਬਦ ਪੜ੍ਹ ਰਿਹਾ ਸੀ ਤਾਂ ਲਹਿਣਾ ਜੀ ਨੇ ਉਸ ਨੂੰ ਪੁੱਛਿਆ ਕਿ ਬਾਣੀ ਕਿਸ ਦੀ ਹੈ। ਤਦ ਉਸ ਨੇ ਆਖਿਆ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਤਦ ਲਹਿਣਾ ਜੀ ਨੇ ਵਿਚਾਰਿਆ ਕਿ ਜਿਨ੍ਹਾਂ ਦੇ ਐਸੇ ਮਿੱਠੇ ਮਨ ਨੂੰ ਮੋਹ ਲੈਣ ਵਾਲੇ ਬਚਨ ਹਨ, ਮੈਂ ਉਹਨਾਂ ਨੂੰ ਹੀ ਗੁਰੂ ਧਾਰਨ ਕਰਾਂਗਾ। ਹੁਣ ਜਦ ਜਵਾਲਾ ਜਾਣ ਦਾ ਸਮਾਂ ਆਇਆ ਤਾਂ ਆਪ ਜੀ ਦੇਵੀ ਦੇ ਭਗਤਾਂ ਨੂੰ ਆਖਿਆ ਕਿ ਇਸ ਵਾਰ ਕਰਤਾਰਪੁਰ ਸ੍ਰੀ ਗੁਰੂ ਨਾਨਕ ਜੀ ਦੇ ਦਰਸ਼ਨ ਕਰਕੇ ਅੱਗੇ ਚੱਲਾਂਗੇ। ਸੰਗਤ ਨੇ ਕਿਹਾ ਬਹੁਤ ਚੰਗਾ। ਜਦ ਖਡੂਰ ਤੋਂ ਚੱਲ ਕੇ ਕਰਤਾਰਪੁਰ ਪਹੁੰਚ ਗਏ ਤਾਂ ਇੱਕ ਮਨੁੱਖ ਨੂੰ ਪੁੱਛਿਆ ਕਿ ਇਹ ਪਿੰਡ ਕਿਸ ਦਾ ਹੈ। ਉਸ ਮਨੁੱਖ ਨੇ ਦੱਸਿਆ ਕਿ ਸ਼੍ਰੀ ਨਾਨਕ ਤਪਾ ਜੀ ਦਾ ਨਗਰ ਹੈ। ਤਦ ਲਹਿਣੇ ਜੀ ਨੇ ਸਾਥੀਆਂ ਨੂੰ ਕਿਹਾ, ਤੁਸੀਂ ਕੁਝ ਚਿਰ ਇੱਥੇ ਠਹਿਰੋ, ਮੈਂ ਦਰਸ਼ਨ ਕਰਕੇ ਆਉਂਦਾ ਹਾਂ। ਅੱਗੋਂ ਗੁਰੂ ਨਾਨਕ ਜੀ ਮਿਲ ਪਏ। ਸ਼੍ਰੀ ਲਹਿਣਾ ਜੀ ਨੇ ਆਪ ਜੀ ਤੋਂ ਪੁੱਛਿਆ, ਤਪਾ ਜੀ ਕਿੱਥੇ ਹਨ? ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ। ਗੁਰੂ ਨਾਨਕ ਜੀ ਨੇ ਕਿਹਾ, ਸਾਡੇ ਨਾਲ ਚੱਲੇ ਆਓ। ਤਦ ਗੁਰੂ ਜੀ ਅੱਗੇ ਤੁਰ ਪਏ ਤੇ ਲਹਿਣਾ ਜੀ ਘੋੜੀ ਉੱਤੇ ਚੜੇ ਹੋਏ ਪਿੱਛੇ ਪਿੱਛੇ। ਜਦ ਧਰਮਸ਼ਾਲਾ ਦੇ ਦਰਵਾਜ਼ੇ ਪਾਸ ਆਏ ਤਾਂ ਕਿਹਾ ਕਿ ਘੋੜੀ ਇਸ ਕਿੱਲੇ ਨਾਲ ਬੰਨ੍ਹ ਕੇ ਇਸ ਦਰਵਾਜ਼ੇ ਅੰਦਰ ਜਾਓਗੇ ਤਾਂ ਅੱਗੇ ਬੈਠੇ ਹੋਣਗੇ। ਇਸ ਤਰ੍ਹਾਂ ਆਖ ਕੇ ਆਪ ਜੀ ਦੂਸਰੇ ਪਾਸਿਓਂ ਛੋਟੇ ਬੂਹੇ ਰਾਸਤੇ ਅੰਦਰ ਲੰਘ ਕੇ ਆਪਣੇ ਆਸਣ ਉੱਤੇ ਜਾ ਬੈਠੇ। ਜਦ ਲਹਿਣਾ ਜੀ ਘੋੜੀ ਬੰਨ੍ਹ ਕੇ ਅੰਦਰ ਗਏ ਤਾਂ ਆਪ ਜੀ ਨੂੰ ਬੈਠੇ ਦੇਖ ਕੇ ਮਨ ਵਿੱਚ ਕਿਹਾ ਕਿ ਇਹ ਤਾਂ ਉਹੀ ਹਨ ਜਿਨ੍ਹਾਂ ਨੇ ਮੈਨੂੰ ਰਸਤਾ ਦੱਸਿਆ ਸੀ। ਮੇਰੇ ਤੋਂ ਬੜੀ ਭੁੱਲ ਹੋਈ ਹੈ ਜੋ ਇਹ ਮੇਰੇ ਅੱਗੇ ਪੈਦਲ ਤੁਰ ਆਏ ਤੇ ਮੈਂ ਪਿੱਛੇ ਘੋੜੀ ਉੱਤੇ ਚੜ੍ਹਿਆ ਆਇਆ। ਇਹ ਮੇਰਾ ਦੋਸ਼ ਕਿਸ ਤਰ੍ਹਾਂ ਬਖਸ਼ਿਆ ਜਾਵੇਗਾ? ਗੁਰੂ ਜੀ ਨੇ ਲਹਿਣਾ ਜੀ ਦੇ ਮਨ ਦੀ ਗੱਲ ਜਾਣ ਕੇ ਬੜੇ ਪ੍ਰੇਮ ਨਾਲ ਆਖਿਆ, ਪੁਰਸ਼ਾ ਤੇਰੇ ਸਭ ਸੁੱਖ ਸਾਂਦ ਹੈ। ਇਹ ਬਚਨ ਸੁਣ ਕੇ ਲਹਿਣਾ ਜੀ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ ਹਾਂ। ਫਿਰ ਲਹਿਣਾ ਜੀ ਨੇ ਦੇਵੀ ਭਗਤਾਂ ਦਾ ਭੇਸ, ਸਰੀਰ ਤੇ ਕੱਪੜੇ ਤੇ ਪੈਰਾਂ ਤੋਂ ਘੁੰਗਰੂ ਸਭ ਉਤਾਰ ਦਿੱਤੇ ਅਤੇ ਗੁਰੂ ਚਰਨਾਂ ਦੇ ਸ਼ਰਧਾਵਾਨ ਪ੍ਰੇਮੀ ਹੋ ਗਏ। ਉਪਰੰਤ ਲਹਿਣਾ ਜੀ ਨੇ ਵਿਚਾਰਿਆ ਕਿ ਹੁਣ ਜੇ ਮੈਨੂੰ ਇਹ ਆਪ ਹੀ ਘਰ ਜਾਣ ਦੀ ਆਗਿਆ ਦੇਣ ਤਾਂ ਮੈਂ ਅੰਤਰਜਾਮੀ ਜਾਣਾਂਗਾ। ਤਦ ਅੰਤਰਜਾਮੀ ਗੁਰੂ ਜੀ ਨੇ ਪੁੱਛਿਆ, ਪੁਰਖਾ ਤੇਰਾ ਘਰ ਕਿੱਥੇ ਹੈ? ਤੇਰਾ ਨਾਮ ਕੀ ਹੈ? ਲਹਿਣਾ ਜੀ ਨੇ ਕਿਹਾ, ਹੇ ਅੰਤਰਜਾਮੀ, ਮੇਰਾ ਘਰ ਖਡੂਰ ਹੈ ਅਤੇ ਨਾਮ ਲਹਿਣਾ ਹੈ। ਆਪ ਜੀ ਦਾ ਜਸ ਸੁਣ ਕੇ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਸੀ ਜੋ ਆਪ ਜੀ ਨੇ ਕਿਰਪਾ ਕਰਕੇ ਪੂਰੀ ਕੀਤੀ ਹੈ। ਗੁਰੂ ਜੀ ਨੇ ਕਿਹਾ, ਹੇ ਲਹਿਣੇ, ਤੂੰ ਲੈਣਾ ਹੈ ਤੇ ਅਸਾਂ ਦੇਣਾ ਹੈ। ਹੁਣ ਤੂੰ ਜਾ ਤੇ ਫਿਰ ਆਪਣੇ ਘਰੋਂ ਹੋ ਕੇ ਆਉਣਾ। ਇਹ ਬਚਨ ਸੁਣ ਕੇ ਲਹਿਣਾ ਜੀ ਬੜੇ ਪ੍ਰਸੰਨ ਹੋਏ ਕਿ ਇਹਨਾਂ ਮੇਰੇ ਦਿਲ ਦੀ ਗੱਲ ਬੁੱਝ ਲਈ ਹੈ। ਆਪ ਜੀ ਤਦ ਤੋਂ ਹੀ ਮਨ ਕਰਕੇ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਸਾਥੀਆਂ ਪਾਸ ਜਾ ਕੇ ਕਿਹਾ ਕਿ ਤੁਸੀਂ ਹੁਣ ਅੱਗੇ ਜਵਾਲਾ ਜੀ ਦੇ ਦਰਸ਼ਨ ਕਰਨ ਜਾਓ ਤੇ ਮੈਂ ਆਪਣਾ ਖਡੂਰ ਨੂੰ ਜਾਵਾਂਗਾ। ਇਸ ਤਰ੍ਹਾਂ ਸੰਗ ਨੂੰ ਅੱਗੇ ਤੋਰ ਕੇ ਆਪ ਸ਼੍ਰੀ ਲਹਿਣਾ ਜੀ ਖਡੂਰ ਆ ਗਏ। ਲੋਕਾਂ ਨੇ ਆਪ ਜੀ ਨੂੰ ਪੁੱਛਿਆ ਕਿ ਤੁਸੀਂ ਕਿਉਂ ਵਾਪਸ ਮੁੜ ਆਏ ਹੋ? ਤਾਂ ਲਹਿਣਾ ਜੀ ਚੁੱਪ ਕਰਕੇ ਆਪਣੇ ਘਰ ਜਾ ਬੈਠੇ, ਕਿਸੇ ਨੂੰ ਉੱਤਰ ਨਾ ਦਿੱਤਾ। ਸਾਰੀ ਰਾਤ ਬੜੀ ਉਦਾਸੀ ਨਾਲ ਬਤੀਤ ਕਰਕੇ ਲਹਿਣਾ ਜੀ ਨੇ ਸਵੇਰੇ ਉੱਠ ਕੇ 1.25 ਮਣ ਲੂਣ ਦੀ ਪੰਡ ਸਿਰ ਤੇ ਚੁੱਕ ਲਈ ਤੇ ਕਰਤਾਰਪੁਰ ਨੂੰ ਤੁਰ ਪਏ। ਹੌਲੀ ਹੌਲੀ ਤੁਰ ਕੇ ਕਰਤਾਰਪੁਰ ਗੁਰੂ ਜੀ ਦੇ ਘਰ ਪਹੁੰਚ ਗਏ। ਅੱਗੇ ਗੁਰੂ ਜੀ ਬਾਹਰ ਖੇਤੀ ਵੇਖਣ ਗਏ ਹੋਏ ਸਨ। ਮਾਤਾ ਸੁਲੱਖਣੀ ਪਾਸ ਲੂਣ ਦੀ ਪੰਡ ਰੱਖ ਕੇ ਪੁੱਛਿਆ ਕਿ ਗੁਰੂ ਜੀ ਕਿੱਥੇ ਹਨ? ਮਾਤਾ ਜੀ ਨੇ ਕਿਹਾ, ਉਹ ਬਾਹਰ ਖੇਤੀ ਵੇਖਣ ਗਏ ਹਨ। ਤਦ ਲਹਿਣਾ ਜੀ ਵੀ ਉੱਥੇ ਹੀ ਗੁਰੂ ਜੀ ਦੇ ਪਾਸ ਪਹੁੰਚ ਗਏ ਅਤੇ ਚਰਨਾਂ ਤੇ ਮੱਥਾ ਟੇਕ ਕੇ ਹੋਰ ਕਾਮਿਆਂ ਨਾਲ ਝੋਨੇ ਵਿੱਚੋਂ ਨਦੀਨ ਕੱਢਣ ਲੱਗ ਪਏ। ਜਦ ਇੱਕ ਘੜੀ ਬੀਤ ਗਈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਕੰਮ ਤੇਰੇ ਪਾਸੋਂ ਠੀਕ ਨਹੀਂ ਹੁੰਦਾ, ਇਸ ਕਰਕੇ ਤੂੰ ਨਦੀਨ ਦੀ ਪੰਡ ਬੰਨ੍ਹ ਕੇ ਘਰ ਪਸ਼ੂਆਂ ਵਾਸਤੇ ਚਾਰਾ ਲੈ ਚੱਲ। ਤਦ ਲਹਿਣਾ ਜੀ ਨੇ ਗਿੱਲੇ ਘਾਹ ਤੇ ਨਦੀਨ ਦੀ ਪੰਡ ਬੰਨ੍ਹ ਕੇ ਸਿਰ ਤੇ ਚੁੱਕ ਲਈ ਤੇ ਘਰ ਆ ਗਏ। ਪੰਡ ਵਿੱਚੋਂ ਚਿੱਕੜ ਤੇ ਪਾਣੀ ਨੁੱਚੜ ਕੇ ਲਹਿਣਾ ਜੀ ਦੇ ਗਲ ਦੇ ਸੁੰਦਰ ਕੱਪੜੇ ਸਾਰੇ ਖਰਾਬ ਹੋ ਗਏ। ਮਾਤਾ ਸੁਲੱਖਣੀ ਜੀ ਆਪ ਜੀ ਦੇ ਕੱਪੜੇ ਖਰਾਬ ਹੋਏ ਵੇਖ ਕੇ ਬਹੁਤ ਹੈਰਾਨ ਹੋਏ
ਅਤੇ ਜਦ ਗੁਰੂ ਜੀ ਆਪ ਘਰ ਆਏ ਤਾਂ ਕਿਹਾ ਕਿ ਅੱਜ ਜਿਹੜਾ ਇੱਕ ਚੰਗਾ ਆਦਮੀ ਬਾਹਰੋਂ ਆਇਆ ਹੈ ਉਸ ਦੇ ਗਲ ਬੜਾ ਕੀਮਤੀ ਜਾਮਾ ਸੀ, ਤੁਸਾਂ ਚਿੱਕੜ ਭਰੀ ਘਾਹ ਦੀ ਪੰਡ ਉਸ ਨੂੰ ਚੁਕਾ ਕੇ ਉਸ ਦੇ ਕੱਪੜੇ ਨਾਸ਼ ਕਰ ਦਿੱਤੇ ਹਨ। ਗੁਰੂ ਜੀ ਨੇ ਕਿਹਾ, ਇਹ ਚਿੱਕੜ ਭਰੀ ਹੋਈ ਘਾਹ ਦੀ ਪੰਡ ਨਹੀਂ ਸੀ, ਇਹ ਦੀਨ ਦੁਨੀਆ ਦਾ ਛਤਰ ਸੀ। ਉਸ ਦੇ ਕੱਪੜਿਆਂ ਤੇ ਚਿੱਕੜ ਨਹੀਂ ਲਾਇਆ, ਕੇਸਰ ਛਿੜਕਿਆ ਹੈ। ਤੂੰ ਨੇੜੇ ਹੋ ਕੇ ਵੇਖ, ਇਹ ਚਿੱਕੜ ਹੈ ਕਿ ਕੇਸਰ। ਜਦ ਮਾਤਾ ਜੀ ਨੇ ਨੇੜੇ ਹੋ ਕੇ ਵੇਖਿਆ ਇਹ ਕੇਸਰ ਦੇ ਛਿੱਟੇ ਹਨ ਤਾਂ ਕਹਿਣ ਲੱਗੀ ਕਿ ਤੁਹਾਡੀ ਗੱਤ ਤੁਸੀਂ ਹੀ ਜਾਣੋ। ਗੁਰੂ ਜੀ ਨੇ ਕਿਹਾ, ਇਹ ਪਾਪ ਕਰਮਾਂ ਵਿੱਚ ਡੁੱਬ ਰਹੇ ਲੋਕਾਂ ਦੇ ਮਲਾਹ ਹੋਣਗੇ ਅਤੇ ਅਨੇਕਾਂ ਦਾ ਉਦਾਰ ਕਰਨਗੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।